ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਮਨੀਕ ਸਿੰਘ, ਲੈਕਚਰਰ ਫਿਜ਼ਿਕਸ, ਅਰਨੀਵਾਲਾ ਸ਼ੇਖ ਸਭਾਨ। ਬੇਟੇ ਲਾਸਟ ਟਾਈਮ ਮੈਂ ਜਿਹੜਾ ਅਸੀਂ ਆਰਟੀਕਲ ਕੀਤਾ ਉਹਦੇ ਵਿੱਚ ਅਸੀਂ ਕੀਤਾ ਸੀਗਾ ਟੂ ਕਨਵਰਟ ਦੀ ਵਨ ਸਿਸਟਮ ਆਫ ਯੂਨਿਟ ਟੂ ਦੀ ਅਨਦਰ ਸਿਸਟਮ ਆਫ ਯੂਨਿਟ। ਇੱਕ ਸਿਸਟਮ ਆਫ ਯੂਨਿਟ ਤੋਂ ਦੂਸਰੇ ਸਿਸਟਮ ਆਫ ਯੂਨਿਟ ਦੇ ਵਿੱਚ ਕਨਵਰਟ ਕਰਨਾ ਬਾਈ ਯੂਜ਼ਿੰਗ ਦੀ ਡਾਇਮੈਂਸ਼ਨਲ ਐਨਾਲਿਸਿਸ। ਠੀਕ ਹੈ ਜੀ, ਉਮੀਦ ਕਰਦਾ ਹਾਂ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ, ਤੁਸੀਂ ਰਿਵਾਈਜ਼ ਕਰ ਲਿਆ ਹੋਊਗਾ। ਫਿਰ ਦੁਬਾਰਾ ਕਹਿੰਦਾ ਵੀ ਜਿਹੜਾ ਟੇਬਲ ਹੈ ਡਾਇਮੈਂਸ਼ਨ ਐਨਾਲਿਸਿਸ ਵਾਲਾ, ਜਿਹੜਾ ਉਹਨੂੰ ਪ੍ਰੋਪਰਲੀ ਜਿਹੜਾ 5-5 ਕਰਕੇ ਉਹਨੂੰ ਯਾਦ ਕਰ ਲਿਆ ਜਾਵੇ। ਠੀਕ ਹੈ ਜੀ, ਅੱਜ ਦਾ ਜਿਹੜਾ ਟੌਪਿਕ ਹੈ ਜਿਹੜਾ ਅਸੀਂ ਕਰਨਾ ਹੈ ਉਹ ਆਪਣਾ ਹੈਗਾ ਟੂ ਡਰਾਈਵ ਦੀ ਨਿਊ ਰਿਲੇਸ਼ਨਸ। ਟੂ ਡਰਾਈਵ ਦੀ ਨਿਊ ਰਿਲੇਸ਼ਨਸ ਬਾਈ ਯੂਜ਼ਿੰਗ dimensional analysis। ਡਾਇਮੈਂਸ਼ਨਲ ਐਨਾਲਿਸਿਸ ਦੀ ਵਰਤੋਂ ਕਰਕੇ ਨਵੇਂ ਰਿਲੇਸ਼ਨ ਹੈ ਜਿਹੜੇ ਉਹ ਡਰਾਈਵ ਕਰਨੇ। ਇਹਦੇ ਵਿੱਚ ਦੇਖੋ ਬੇਟੇ, ਕੁਐਸਚਨ ਦੇ ਵਿੱਚ ਆਪਣੇ ਕੋਲ ਕੀ ਹੈ, ਸਟੈਪਸ ਕੀ ਹੈ। ਆਪਣੇ ਕੋਲੇ ਕੰਡੀਸ਼ਨਸ ਹੈ ਜਿਹੜੀਆਂ ਉਹ ਗਿਵਨ ਹੋਇਆ ਕਰਨਗੀਆਂ, ਕੰਡੀਸ਼ਨਸ ਗਿਵਨ ਹੋਇਆ ਕਰਨਗੀਆਂ ਕੁਐਸਚਨ ਦੇ ਵਿੱਚ। ਠੀਕ ਹੈ ਜੀ, ਕੋਈ ਵੀ ਫਿਜ਼ੀਕਲ ਕੁਆਂਟੀਟੀ ਜਿਹਦਾ ਅਸੀਂ ਰਿਲੇਸ਼ਨ ਕੈਲਕੂਲੇਟ ਕਰਨਾ ਹੈ ਵਿਦ ਅਦਰ ਫਿਜ਼ੀਕਲ ਕੁਆਂਟੀਟੀਜ਼, ਦੋਵਾਂ ਦੇ ਵਿਚਕਾਰ ਕੋਈ ਨਾ ਕੋਈ ਜਿਹੜਾ ਰਿਲੇਸ਼ਨ ਹੈ ਉਹ ਸਾਨੂੰ ਗਿਵਨ ਹੋਏਗਾ। ਉਹਦੇ ਤੋਂ ਅਸੀਂ ਕੀ ਕਰਨਾ ਬੇਟੇ, ਪਹਿਲਾਂ ਅਸੀਂ ਲਿਖਣਾ ਹੈ ਜਨਰਲ ਫਾਰਮੂਲਾ। ਜਨਰਲ ਫਾਰਮੂਲਾ ਮੰਨ ਲਓ ਕੋਈ ਫਿਜ਼ੀਕਲ ਕੁਆਂਟੀਟੀ x ਹੈ, ਉਹ m l ਤੇ t ਦੇ ਉੱਪਰ ਡਿਪੈਂਡ ਕਰਦੀ ਹੈ। ਮੰਨ ਲਓ ਇਸ ਤਰ੍ਹਾਂ ਨਾਲ ਅਸੀਂ ਜਨਰਲ ਫਾਰਮੂਲਾ ਲਿਖ ਲਾਂਗੇ। ਇੱਥੇ ਅਸੀਂ ਲਿਖਾਂਗੇ k ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ। ਠੀਕ ਹੈ ਜੀ, x ਦਾ m l ਤੇ t ਨਾਲ ਆਪਣੇ ਕੋਲ ਵੈਲਿਊ ਦਿੱਤੀ ਹੋਊਗੀ। ਉਸ ਤੋਂ ਬਾਅਦ ਆਪਾਂ ਕੀ ਕਰਨਾ ਹੋਊਗਾ, ਸੈਕਿੰਡ ਸਟੈਪ ਦੇ ਵਿੱਚ ਜਿਹੜੀ ਵੀ ਕੁਆਂਟੀਟੀ ਆਪਣੇ ਕੋਲ ਦਿੱਤੀ ਹੋਊਗੀ ਉਹਨੂੰ m l ਤੇ t ਦੀ ਫਾਰਮ 'ਚ ਕਨਵਰਟ ਕਰਨਾ ਹੋਊਗਾ। ਜਿਵੇਂ ਇੱਥੇ ਤਾਂ ਆਪਾਂ ਸਿੱਧਾ ਹੀ ਲਿਖਤਾ m l ਤੇ t। ਨੈਕਸਟ ਸਟੈਪ ਆਪਣੇ ਕੋਲ ਕੀ ਹੈ, ਟੇਬਲ ਦੇ ਵਿੱਚੋਂ ਸਾਨੂੰ ਆ x ਦੀਆਂ ਅਸੀਂ ਕੀ ਕਰਾਂਗੇ, ਡਾਇਮੈਂਸ਼ਨਸ ਜਿਹੜੀਆਂ ਅਸੀਂ ਪੁੱਟ ਕਰਾਂਗੇ। ਡਾਇਮੈਂਸ਼ਨਸ ਪੁੱਟ ਕਰਨ ਤੋਂ ਬਾਅਦ ਨੈਕਸਟ ਸਟੈਪ ਸਾਡਾ ਕੀ ਹੋਊਗਾ, a b ਤੇ c ਦੀਆਂ ਡਾਇਮੈਂਸ਼ਨ ਦੀਆਂ ਵੈਲਿਊ ਜਿਹੜੀਆਂ ਉਹ ਅਸੀਂ ਕੀ ਕਰਾਂਗੇ, ਕੈਲਕੂਲੇਟ ਕਰਾਂਗੇ। ਕਿਵੇਂ ਕੈਲਕੂਲੇਟ ਕਰਾਂਗੇ, ਬਾਈ ਯੂਜ਼ਿੰਗ ਪ੍ਰਿੰਸੀਪਲ ਆਫ ਹੋਮੋਜੈਨਿਟੀ। ਬਾਈ ਯੂਜ਼ਿੰਗ ਪ੍ਰਿੰਸੀਪਲ ਆਫ ਹੋਮੋਜੈਨਿਟੀ ਕਹਿਣ ਦਾ ਮਤਲਬ ਜਿਹੜੀਆਂ ਡਾਇਮੈਂਸ਼ਨਸ ਹੈ m l ਤੇ t ਦੀਆਂ, ਉਹ ਬੋਥ ਸਾਈਡ ਤੇ ਅਸੀਂ ਕੀ ਕਰਾਂਗੇ, ਕੰਪੇਅਰ ਕਰਾਂਗੇ। ਉਹਦੇ ਤੋਂ ਇਕੁਏਸ਼ਨਸ ਬਣਨਗੀਆਂ, a b ਤੇ c ਦੀ ਜਿਹੜੀ ਵੈਲਿਊ ਕੈਲਕੂਲੇਟ ਕਰ ਲਈ ਜਾਏਗੀ। ਜਿਹੜੀ a b ਤੇ c ਦੀ ਵੈਲਿਊ ਅਸੀਂ ਕੈਲਕੂਲੇਟ ਕਰ ਲਾਂਗੇ, ਉਹਨੂੰ ਆਪਾਂ ਜਨਰਲ ਇਕੁਏਸ਼ਨ ਦੇ ਵਿੱਚ ਕੀ ਕਰ ਦਿਆਂਗੇ, ਪੁੱਟ ਕਰ ਦਿਆਂਗੇ। ਉੱਥੋਂ ਆਪਣੇ ਕੋਲ ਕੀ ਜਿਹੜਾ ਨਿਊ ਰਿਲੇਸ਼ਨ ਹੈ ਜਿਹੜਾ ਸਾਡੇ ਕੋਲ ਡਰਾਈਵ ਹੋ ਜਾਏਗਾ। ਠੀਕ ਹੈ ਜੀ, ਮੈਥਡ ਕਲੀਅਰ ਹੋਇਆ ਕਿ ਨਹੀਂ ਹੋਇਆ ਜੀ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਕੰਡੀਸ਼ਨ ਚੈੱਕ ਕਰਾਂਗੇ ਜਿਹੜੀਆਂ ਸਾਡੇ ਕੋਲ ਦਿੱਤੀਆਂ ਹੋਈਆਂ। ਉਹਨਾਂ ਕੰਡੀਸ਼ਨ ਦੇ ਅਕੋਰਡਿੰਗਲੀ ਜਨਰਲ ਫਾਰਮੂਲਾ ਜਿਹੜਾ ਅਸੀਂ ਲਿਖਾਂਗੇ। ਠੀਕ ਹੈ ਜੀ, ਜਨਰਲ ਫਾਰਮੂਲਾ ਲਿਖਣ ਤੋਂ ਬਾਅਦ ਉਹਨੂੰ ਕਨਵਰਟ ਕਰਾਂਗੇ m l ਤੇ t ਦੀ ਫਾਰਮ 'ਚ। ਫਿਰ ਡਾਇਮੈਂਸ਼ਨਲ ਐਨਾਲਿਸਿਸ ਦੇ ਵਿੱਚੋਂ ਇਕੁਏਸ਼ਨ ਆਫ ਕੰਟੀਨਿਊਟੀ ਯੂਜ਼ ਕਰਾਂਗੇ। ਇਕੁਏਸ਼ਨ ਆਫ ਕੰਟੀਨਿਊਟੀ ਯੂਜ਼ ਕਰਨ ਤੋਂ ਬਾਅਦ a b ਤੇ c ਦੀ ਵੈਲਿਊ ਕੈਲਕੂਲੇਟ ਕਰਕੇ ਜਨਰਲ ਫਾਰਮੂਲੇ ਦੇ ਵਿੱਚ ਪੁੱਟ ਕਰ ਦਿਆਂਗੇ। ਲਓ ਇਸ ਚੀਜ਼ ਨੂੰ ਆਪਾਂ ਐਗਜ਼ਾਮਪਲ ਨਾਲ ਕਲੀਅਰ ਕਰਦੇ ਹਾਂ। ਐਗਜ਼ਾਮਪਲ ਆਪਾਂ ਲੈਂਦੇ ਹਾਂ। ਐਗਜ਼ਾਮਪਲ ਦੇ ਵਿੱਚ ਆਪਾਂ ਕਹੀਏ ਵੀ ਲੈਟ ਅਸ ਟੇਕ એનર્ਜੀ ਆਫ ਦੀ ਸਿਸਟਮ। એનર્ਜੀ ਆਫ ਦੀ ਸਿਸਟਮ, ਮਾਸ ਇਜ਼ ਕਨਵਰਟਿਡ ਇਨਟੂ એનર્ਜੀ। ਇਕੁਏਸ਼ਨ ਨੂਮੈਰੀਕਲ ਆਪਣੇ ਕੋਲ ਦਿੱਤਾ ਹੈ, ਕਹਿੰਦਾ ਮਾਸ ਇਜ਼ ਕਨਵਰਟਿਡ ਇਨਟੂ એનર્ਜੀ। mass is converted into the energy and energy depends upon
energy depends upon number 1 mass, number 2 speed of light, C drive the relation between them, drive the relation between them। ठीक है जी, क्वेश्चन क्लीयर हो गया कि नहीं हो गया? अपने कोल की है, मास है ਜਿਹੜਾ ਉਹ એનર્ਜੀ ਦੇ ਵਿੱਚ ਕਨਵਰਟ ਹੋ ਰਿਹਾ ਹੈ। ਜਿਹੜੀ એનર્ਜੀ ਸਾਡੇ ਕੋਲ ਆ ਰਹੀ ਹੈ ਉਹ ਆਪਣੇ ਕੋਲ ਕਿਹਦੇ ਤੇ ਡਿਪੈਂਡ ਕਰਦੀ ਹੈ? ਮਾਸ ਤੇ ਡਿਪੈਂਡ ਕਰਦੀ ਹੈ ਤੇ ਸਪੀਡ ਆਫ ਲਾਈਟ ਤੇ ਡਿਪੈਂਡ ਕਰਦੀ ਹੈ। ਤੇ ਅਸੀਂ E M ਤੇ C ਦਾ ਜਿਹੜਾ ਰਿਲੇਸ਼ਨ ਹੈ ਉਹ ਕੈਲਕੂਲੇਟ ਕਰਨਾ ਹੈ। ਠੀਕ ਹੈ ਜੀ, ਆਪਾਂ ਨੂੰ ਪਤਾ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ, ਵੀ ਵਿਲ ਰਾਈਟ ਦੀ ਜਨਰਲ ਫਾਰਮੂਲਾ। ਜਨਰਲ ਫਾਰਮੂਲਾ ਕੀ? E ਦੀ ਫਾਰਮ 'ਚ ਲਿਖਣਾ। E ਕਿਹਦੇ ਤੇ ਡਿਪੈਂਡ ਕਰਦਾ? ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਮਾਸ m ਦੀ ਪਾਵਰ a, ਸਪੀਡ ਵੈਲੋਸਿਟੀ ਹੁੰਦੀ ਹੈ c ਦੀ ਪਾਵਰ b, ਦੋਵਾਂ ਦੇ ਉੱਪਰ ਡਿਪੈਂਡ ਕਰਦਾ। ਠੀਕ ਹੈ ਜੀ, ਡਾਇਰੈਕਟਲੀ ਪ੍ਰੋਪੋਰਸ਼ਨਲ ਦਾ ਸਾਈਨ ਹਟਾ ਕੇ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ m ਦੀ ਪਾਵਰ a ਤੇ c ਦੀ ਪਾਵਰ b, ਇਹ ਸਾਡੇ ਕੋਲ ਆ ਗਿਆ ਜਨਰਲ ਫਾਰਮੂਲਾ। ਸੈਕੰਡ ਸਟੈਪ ਕੀ ਹੈ? ਕਨਵਰਟ them into fundamental physical quantities, convert into fundamental physical quantities। ठीक है जी, मास लेंथ ते टाइम ਦੀ ਫਾਰਮ ਚ ਆਪਾਂ ਜਿਹੜਾ ਕਨਵਰਟ ਕਰੀਏ ਕਿ m ਪਹਿਲਾਂ ਹੀ ਆਪਣੇ ਕੋਲੇ m ਦੀ ਫਾਰਮ ਚ ਹੀ ਹੈ, c ਆਪਣੇ ਕੋਲ ਕੀ? ਸਪੀਡ ਆਫ ਲਾਈਟ। ਤਾਂ ਉਹ ਟੇਬਲ ਦੇ ਵਿੱਚੋਂ ਚੈੱਕ ਕਰੋ ਵੈਲੋਸਿਟੀ ਦੀ ਜਿਹੜੀ ਆਪਣੇ ਕੋਲ ਵੈਲਿਊ ਹੈ। ਦੇਖੋ ਬੇਟੇ, ਆਪਾਂ ਪਹਿਲਾਂ ਵੀ ਕੀਤਾ ਸੀ, ਜਿਹੜੀ ਵੈਲੋਸਿਟੀ ਹੈ ਉਹ ਹੁੰਦੀ ਹੈ dx/dt, ਰੇਟ ਆਫ ਦੀ ਚੇਂਜ ਆਫ ਦੀ ਡਿਸਟੈਂਸ ਜਾਂ ਡਿਸਪਲੇਸਮੈਂਟ ਵਿਦ ਟਾਈਮ। ਕਹਿਣ ਦਾ ਮਤਲਬ ਇਨ ਸ਼ਾਰਟ ਫਾਰਮ ਆਪਾਂ ਲਿਖੀਏ x/t। x ਆਪਣੇ ਕੋਲ ਕਿਹਦੇ ਵਿੱਚ? ਇਹ ਆਪਣੇ ਕੋਲ ਡਿਸਟੈਂਸ ਹੈ, l ਹੋ ਗਿਆ ਬਾਈ t। ਤਾਂ ਇਕੁਏਸ਼ਨ ਡਾਇਮੈਂਸ਼ਨਲ ਫਾਰਮੂਲਾ ਕੀ ਬਣ ਗਿਆ? lt - 1, ਉਹ ਅਸੀਂ ਇੱਥੇ ਪੁੱਟ ਕਰਤਾ। ਠੀਕ ਹੈ ਜੀ, ਇਹਨੂੰ ਸੋਲਵ ਕਰੋ ਕਿ m ਦੀ ਪਾਵਰ a ਮਲਟੀਪਲਾਈ ਕਰੋ ਅੰਦਰ l ਦੀ ਪਾਵਰ b t ਦੀ ਪਾਵਰ -b ਇਜ਼ ਇਕੁਅਲ ਟੂ e। ਠੀਕ ਹੈ ਜੀ, ਇੱਥੇ ਤੱਕ ਆਪਾਂ ਇਸ ਇਕੁਏਸ਼ਨ ਨੂੰ ਕੀ ਕਰ ਲਿਆ? ਸੋਲਵ ਕਰ ਲਿਆ। ਨੈਕਸਟ ਸਟੈਪ ਆਪਣਾ ਦੇਖੋ ਕੀ ਹੈ। ਆਪਾਂ ਹੁਣ ਕੀ ਕਰਨਾ ਬੇਟੇ? both side of the equation ਨੂੰ compare ਕਰਨਾ ਹੈ by using principle of homogeneity, by using principle of homogeneity। E ਆਪਣੇ ਕੋਲ ਕੀ ਹੈ ਬੇਟੇ? એનર્ਜੀ। ਤਾਂ ਟੇਬਲ ਦੇ ਵਿੱਚੋਂ ਜਿਹੜੀ ਵੈਲਿਊ ਹੈ ਤੁਸੀਂ ਯਾਦ ਕਰੋ, ਡਾਇਮੈਂਸ਼ਨ ਐਨਾਲਿਸਿਸ ਦੇ ਵਿੱਚੋਂ એનર્ਜੀ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੈ? ml2t - 2, ml2t - 2। ਇੱਧਰ ਅਸੀਂ ਪੁੱਟ ਕਰੀਏ ml2t - 2। ਠੀਕ ਹੈ ਜੀ, ਦੂਸਰੀ ਸਾਈਡ ਤੇ ਅਸੀਂ ਇਹਨੂੰ ਕੰਪੇਅਰ ਕਰੀਏ m ਦੀ ਪਾਵਰ a, l ਦੀ ਪਾਵਰ b ਤੇ t ਦੀ ਪਾਵਰ -b। ਠੀਕ ਹੈ ਜੀ, ਇੱਧਰ m ਦੀ ਪਾਵਰ 1 ਹੈ, ਇੱਥੇ a ਹੈ, ਇਹਦਾ ਮਤਲਬ a ਆਪਣੇ ਕੋਲ ਕਿਹਦੇ ਬਰਾਬਰ ਹੋ ਗਿਆ? 1। ਠੀਕ ਹੈ ਜੀ, ਇੱਧਰ l ਦੀ ਪਾਵਰ b ਹੈ, ਉਧਰਲੀ ਸਾਈਡ ਤੇ ਆਪਣੇ ਕੋਲ ਕੀ 2। ਦੇਖੋ 2 ਹੈ, ਇੱਧਰ ਆਪਣੇ ਕੋਲ b ਹੈ, ਤੇ b ਆਪਣੇ ਕੋਲ ਕਿਹਦੇ ਬਰਾਬਰ ਹੋ ਗਿਆ? 2 ਦੇ। ਠੀਕ ਹੈ ਜੀ, t ਦੀ -2 ਇਜ਼ ਇਕੁਅਲ ਟੂ -b। ਇਹ ਆਪਣੇ ਕੋਲ ਦੋ ਵੈਲਿਊਜ਼ ਆਉਣੀਆਂ ਸੀ, ਇੱਥੋਂ ਵੀ ਆਪਣੇ ਕੋਲ b ਦੀ ਵੈਲਿਊ 2 ਹੀ ਆਵੇਗੀ। ਠੀਕ ਹੈ ਜੀ, ਕਹਿਣ ਦਾ ਮਤਲਬ ਅਸੀਂ a ਤੇ b ਦੀਆਂ ਵੈਲਿਊਜ਼ ਕੀ ਕਰ ਲਈਆਂ? ਕੈਲਕੂਲੇਟ ਕਰ ਲਈਆਂ। ਨਾਓ ਪੁੱਟ ਥੀਸ ਵੈਲਿਊਜ਼ ਇਨ ਇਕੁਏਸ਼ਨ 1, ਪੁੱਟ ਥੀਸ ਵੈਲਿਊਜ਼ ਇਨ ਇਕੁਏਸ਼ਨ ਫਸਟ। ਪਹਿਲੀ ਇਕੁਏਸ਼ਨ ਜਿਹੜੀ ਅਸੀਂ ਜਰਨਲ ਡਰਾਈਵ ਕੀਤੀ ਸੀ, ਇਹ ਦੇਖੋ ਉੱਪਰ, ਇਹ ਆਹ ਵਾਲੀ ਇਕੁਏਸ਼ਨ, ਆਹ ਇਕੁਏਸ਼ਨ ਹੈ ਜਿਹੜੀ m ਦੀ a ਤੇ c। ਠੀਕ ਹੈ ਜੀ, ਇਹਦੇ ਵਿੱਚ ਪੁੱਟ ਕਰ ਦਿਓ। a ਦੀ ਵੈਲਿਊ ਆਪਣੇ ਕੋਲ ਕਿੰਨੀ ਆਈ ਹੈ? 1। ਸੋ e ਇਜ਼ ਇਕੁਅਲ ਟੂ k m ਦੀ ਪਾਵਰ 1। b ਦੀ ਵੈਲਿਊ ਕਿੰਨੀ ਆਈ? 2। ਸੋ ਰਿਲੇਸ਼ਨ ਆ ਗਿਆ e ਇਜ਼ ਇਕੁਅਲ ਟੂ k mc ਸਕੁਅਰ, k mc ਸਕੁਅਰ।
K is the constant of proportionality. K अपने कोल की है constant of proportionality. ਹੁਣ ਇਹਦੀ ਲਿਮਿਟੇਸ਼ਨ ਹੈ ਬੇਟੇ ਇਹ ਵੀ ਇਹ K ਦੀ ਵੈਲਿਊ ਨਹੀਂ ਦੱਸਦਾ। K ਦੀ ਵੈਲਿਊ ਆਪਣੇ ਕੋਲ ਕਿਸ ਤਰ੍ਹਾਂ ਨਾਲ ਨੋਨ ਹੁੰਦੀ ਐਕਸਪੈਰੀਮੈਂਟਲੀ, ਠੀਕ ਹੈ। ਇਹ K ਦੀ ਵੈਲਿਊ ਜਿਹੜਾ ਸਾਨੂੰ ਨਹੀਂ ਦੱਸਦਾ, ਇਹਦੀ ਲਿਮਿਟੇਸ਼ਨ ਹੈ। ਸਾਨੂੰ ਪਤਾ ਵੀ ਇਹ ਕਿਤੇ K ਦੀ ਵੈਲਿਊ 1 ਹੋਵੇਗੀ। ਸੋ ਰਿਲੇਸ਼ਨ ਕੀ ਬਣ ਗਿਆ, E is equal to mc²। ਦਿਸ ਇਜ਼ ਦੀ ਆਇਨਸਟਾਈਨਜ਼ ਫੇਮਸ ਇਕੁਏਸ਼ਨ। ਸੋ ਅਸੀਂ ਕੀ ਕੀਤਾ, ਇੱਕ ਨਵਾਂ ਰਿਲੇਸ਼ਨ ਹੈ ਜਿਹੜਾ ਅਸੀਂ ਡਰਾਈਵ ਕਰ ਲਿਆ। ਇਹ ਤਾਂ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ ਜੀ। ਇਹ ਮੈਥਡ ਅਸੀਂ ਯੂਜ਼ ਕਰਕੇ ਇਸ ਤਰ੍ਹਾਂ ਨਾਲ ਜਿਹੜੇ ਨੂਮੈਰੀਕਲ ਹੈ ਆਪਾਂ ਨੂੰ ਗਿਵਨ ਹੋਣਗੇ, ਉਹਦੇ ਵਿੱਚ ਕੋਈ ਨਾ ਕੋਈ ਕੰਡੀਸ਼ਨ ਹੈ ਜਿਹੜੀ ਗਿਵਨ ਹੋਏਗੀ, ਉਹਨੂੰ ਅਸੀਂ ਸੋਲਵ ਕਰਕੇ ਜਿਹੜਾ ਰਿਲੇਸ਼ਨ ਹੈ ਜਿਹੜਾ ਡਰਾਈਵ ਕਰ ਸਕਦੇ ਹਾਂ। ਠੀਕ ਹੈ ਜੀ। ਲੋ ਆਪਾਂ ਇੱਕ ਨੂਮੈਰੀਕਲ ਹੋਰ ਦੇਖਦੇ ਹਾਂ। ਨੂਮੈਰੀਕਲ ਆਪਣੇ ਕੋਲ ਕੀ ਹੈ, ਸਟੋਕਸ ਲਾ। A sphere moves at a low speed through a fluid। ਨੂਮੈਰੀਕਲ ਆਪਣੇ ਕੋਲ ਕੀ ਦਿੱਤਾ ਹੋਇਆ, ਕੋਈ ਸਫੀਅਰ ਹੈ, a sphere moves slowly through a fluid a viscous force F, a viscous force F is opposing the motion, ठीक है जी। opposing the motion is found, F है ਜਿਹੜਾ depends upon, F है ਜਿਹੜਾ depends upon radius of the sphere, number 1। radius of sphere R, second अपने कोल की है velocity of the sphere V, velocity of the sphere V। थर्ड अपने कोल की है coefficient of viscosity of the fluid, eta, coefficient of viscosity of fluid, eta। drive the relation between them, ਠੀਕ ਹੈ ਜੀ। ਇਹਨਾਂ ਦੇ ਵਿਚਕਾਰ ਅਸੀਂ ਰਿਲੇਸ਼ਨ ਜਿਹੜਾ ਡਰਾਈਵ ਕਰਨਾ ਹੈ, ਦੇਖੋ ਧਿਆਨ ਨਾਲ ਸਮਝੋ ਕੀ ਕਹਿੰਦਾ। ਅ ਸਫੀਅਰ ਮੂਵਸ ਸਲੋਲੀ ਥਰੂ ਅ ਫਲੂਇਡ, ਠੀਕ ਹੈ ਜੀ। ਆਪਣੇ ਕੋਲੇ ਕੀ ਹੈ, ਇਸ ਤਰ੍ਹਾਂ ਦਾ ਕੋਈ ਕੰਟੇਨਰ ਹੈ ਜਿਹਦੀ ਲੈਂਥ ਬਹੁਤ ਜ਼ਿਆਦਾ, ਤਾਂ ਹੀ ਸਲੋਲੀ ਮੂਵ ਕਰੇਗਾ, ਇਨਫਾਈਨਾਈਟ ਲੈਂਥ ਹੈ। ਇਹਦੇ ਵਿੱਚ ਆਪਣੇ ਕੋਲ ਇੱਕ ਫਲੂਇਡ ਭਰਿਆ ਹੋਇਆ, ਜਿਹੜੀ ਫਲੂਇਡ ਦੀ ਆਪਣੇ ਕੋਲ ਕੀ ਵਿਸਕੋਸਿਟੀ ਹੈ, ਅਪੋਜ਼ਿੰਗ ਫੋਰਸ ਹੈ, ਉਹ ਆਪਣੇ ਕੋਲ ਇਟ ਹੈ। ਇਹਦੇ ਵਿੱਚ ਇੱਕ ਸਫੀਅਰ ਮੂਵ ਕਰ ਰਿਹਾ, ਉਸ ਸਫੀਅਰ ਦਾ ਜਿਹੜਾ ਰੇਡੀਅਸ ਹੈ ਉਹ ਆਪਣੇ ਕੋਲ R ਹੈ। ਇਹ V ਵੈਲੋਸਿਟੀ ਨਾਲ ਹੈ ਜਿਹੜਾ ਉਹ ਨੀਚੇ ਮੂਵ ਕਰ ਰਿਹਾ। ਠੀਕ ਹੈ ਜੀ। ਆਪਾਂ ਕੀ ਕਰਨਾ ਹੈ, F ਦਾ ਜਿਹੜਾ ਰਿਲੇਸ਼ਨ ਹੈ ਉਹ ਡਰਾਈਵ ਕਰਨਾ ਹੈ। ਠੀਕ ਹੈ ਜੀ। ਸੋ ਆਪਾਂ ਨੂੰ ਪਤਾ ਹੈ ਫਸਟ ਥਿੰਗ ਆਪਾਂ ਕੀ ਕਰਨੀ ਹੈ, ਇਹਨੂੰ ਰੀਡ ਕਰਨ ਤੋਂ ਬਾਅਦ ਫਲੂਇਡ ਮੂਵ ਕਰ ਰਿਹਾ ਹੈ, ਵਿਸਕਸ ਫੋਰਸ ਉਹਨ 'ਤੇ ਕਿੰਨੀ ਲੱਗ ਰਹੀ ਹੈ, F ਜਿਹੜੀ ਅਪੋਜ਼ ਕਰ ਰਹੀ ਹੈ ਇਹਨੂੰ। F ਕਿੰਦੇ ਤੇ ਡਿਪੈਂਡ ਕਰਦਾ, ਰੇਡੀਅਸ ਆਫ ਦੀ ਸਫੀਅਰ, ਵੈਲੋਸਿਟੀ ਤੇ ਇਟਾ। ਠੀਕ ਹੈ ਜੀ। ਇਹਦਾ ਮਤਲਬ ਸਾਡੇ ਕੋਲ ਜਨਰਲ ਫਾਰਮੂਲਾ ਕੀ ਹੋ ਗਿਆ, F ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਿਹੜੀ ਚੀਜ਼ ਦੇ ਉੱਪਰ ਆਪਣੇ ਕੋਲ ਡਿਪੈਂਡ ਕਰਦਾ। ਨੰਬਰ 1 ਰੇਡੀਅਸ R ਦੀ ਪਾਵਰ A, ਠੀਕ ਹੈ ਜੀ। ਨੈਕਸਟ ਕਿੰਦੇ ਤੇ ਡਿਪੈਂਡ ਕਰਦਾ, ਵੈਲੋਸਿਟੀ ਦੀ ਪਾਵਰ B। ਥਰਡ ਕੀ ਹੈ, ਕੋਐਫੀਸ਼ੀਐਂਟ ਆਫ ਵਿਸਕੋਸਿਟੀ ਇਟਾ ਦੀ ਪਾਵਰ C। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹਨੂੰ ਆਪਾਂ ਕਿਹਾ ਜਨਰਲ ਫਾਰਮੂਲਾ, ਇਹਨੂੰ ਆਪਾਂ ਲਿਖ ਲਿਆ F ਇਜ਼ ਇਕੁਅਲ ਟੂ K
आर दी ए वी दी पावर बी ईटा दी पावर सी। ये फस्ट इक्वेशन अपना क्लीयर हो गया। ਅਸੀਂ जनरल इक्वेशन है जी ਅਸੀਂ राइट कर ली। क्लीयर है जी। नैक्सट स्टैप की सी कन्वर्ट करना है फंडामेंटल फिजिकल क्वांटिटीज़ की फॉर्म च। तो के कॉन्स्टेंट ऑफ प्रोपोर्शनैलिटी है। आर अपने कोल की है रेडियस, रेडियस अपने कोल की हुंदा लेंथ ही हुंदा, एम एल ते टी की फॉर्म च कन्वर्ट करना है। वी अपने कोल की वेलोसिटी, वेलोसिटी का फार्मूला की हुंदा एल टी माइनस वन बी। कोफिशिएंट ऑफ विस्कोसिटी ईटा, कोफिशिएंट ऑफ विस्कोसिटी ईटा, इनकी वैल्यू अपने कोल की हुंदी बेटे हुंदी एम एल माइनस वन टी माइनस वन, एम एल माइनस वन टी माइनस वन सारे की पावर सी। इनू सॉल्व कर लेना कि एल दी पावर ए होगी बेटे इंटू इस इक्वेशन को सॉल्व किया एल दी पावर बी इंटू टी दी पावर माइनस बी इंटू एम दी पावर सी एल दी पावर माइनस सी इंटू टी दी पावर माइनस सी। क्लीयर है जी। अंदर मल्टीप्लाई करता। हुण एम वाली टर्म्स अलग कर लो, एल वाली अलग, टी वाली अलग। एम वाली एक ही टर्म है एम दी पावर सी। एल वाली टर्म्स देखो बेटे कितनी, एल वाली टर्म्स एक टर्म आ पई, एक आ ते एक आ। इन्हों जो असी ऐड करांगे बेस सेम है, पावर्स ऐड हो जाएगियां। ए पॉजिटिव बी पॉजिटिव बन गया ए प्लस बी सी नैगेटिव माइनस सी। टी की पावर देखो बेटे टी कितनी टर्म के अपने को है टी, एक आ टर्म पई एक आ टर्म, ठीक है जी। टी की पावर माइनस बी माइनस सी हलो बेटे इज इक्वल टू एफ इधर लिखता है। ये साढ़े को जी इक्वेशन है एम एल ते टी की फॉर्म च जी ड्राइव होगी, ठीक है जी। नैक्सट स्टैप अपने को की सीगा अपलाई दी प्रिंसीपल ऑफ होमोजेनिटी। एफ अपने को की है फोर्स, एफ अपने को की है फोर्स है, ठीक है जी। इनकी वैल्यू पुट करो। फोर्स की हुंदा एम ए, इनका फार्मूला हुंदा एम एल टी माइनस टू, ठीक है जी। अपन पता एफ इज इक्वल टू एम ए, एम आ गया एक्सलेरेशन हुंदा एल टी माइनस टू, आ साडे कोल इहदा बन गया एम एल टी माइनस टू। हुण आपां अपलाई प्रिंसीपल ऑफ होमोजेनिटी, अपलाई प्रिंसीपल ऑफ होमोजेनिटी। कंपेयर करो पावर्स, इत्थे एम की पावर वन है, इधर सी है, तो सी की वैल्यू अपने को कितनी आ गई वन। एल की पावर वन है, एल की इक्वेशन की है ए प्लस बी माइनस सी इज इक्वल टू वन। टी की पावर माइनस टू है, इनका मतलब माइनस बी माइनस सी इज इक्वल टू माइनस टू। हुण ये साडे कोल जिहड़ियां इक्वेशनस आ गई, इन्हां इक्वेशनस तो असीं की करना है वैल्यू कैलकुलेट करनी है। सी की वैल्यू तो अपने को आ गई वन, ठीक है जी। जे असीं इस इक्वेशन दे विच सी की वैल्यू पुट करिए, देखो इधरों माइनस आपां कॉमन कढ दिए तो बन जूगा बी प्लस सी इज इक्वल टू टू, माइनस नाल माइनस कैंसल हो जूगा। सी की वैल्यू वन है तो बी प्लस वन इज इक्वल टू टू, तो बी की वैल्यू की होगी दूसरी साइड पर जाके सबट्रैक्ट हो जूगा टू माइनस वन, तो बी की वैल्यू भी अपने को कितनी आ गई वन। इसका मतलब ए अपने को जोड़ा कैलकुलेट करने वाला रह गया, ठीक है जी। वो असी इस इक्वेशन तो कैलकुलेट कर लें। इक्वेशन की है ए प्लस बी माइनस सी इज इक्वल टू वन। ए प्लस बी की वैल्यू अपने को कितनी है वन, तो सी की वैल्यू भी अपने को कितनी है वन, ठीक है जी। इतने वन पुट हो गया इज इक्वल टू वन, वन नाल वन की हो गया कैंसल हो गया, तो मतलब ए की वैल्यू भी कितनी आ गई वन। इट मीनस इक्वेशन सॉल्व करने तो बाद साढ़े कोल की है बेटे ए की वैल्यू वन, बी की वैल्यू वन, तो सी की वैल्यू वन। इतना क्लीयर हो गया कि नहीं हो गया बेटे। नाउ पुट दिस वैल्यू इन इक्वेशन फस्ट। इक्वेशन फस्ट दे विच इहनूं की करो जनरल फार्मूले दे विच पुट कर दिओ एफ इज इक्वल टू के। देखो आपां जिहड़ी इक्वेशन है ड्राइव की सी जनरल फार्मूला हाँ पई है बेटे, एफ इज इक्वल टू के आर वी ईटा, ठीक है जी। आर दी पावर वन
v ਦੀ ਪਾਵਰ 1 ਤੇ ਈਟਾ ਦੀ ਪਾਵਰ 1। ਇਹਦੀ ਪਾਵਰ a ਸੀ, ਇਹਦੀ b ਸੀ, ਇਹਦੀ c ਸੀ। ਇਹਦਾ ਮਤਲਬ f ਦਾ ਫਾਰਮੂਲਾ ਸਾਡੇ ਕੋਲ ਕੀ ਬਣ ਗਿਆ, k ਈਟਾ, ਠੀਕ ਹੈ ਜੀ, r v। ਇਹ ਰਿਲੇਸ਼ਨ ਹੈ ਜਿਹੜਾ ਸਾਡੇ ਕੋਲ ਡਰਾਈਵ ਹੋ ਗਿਆ। ਇਹਦੀ ਲਿਮਿਟੇਸ਼ਨ ਕੀ ਹੈ ਵੀ k ਦੀ ਵੈਲਿਊ ਆਪਣੇ ਕੋਲੇ ਨਹੀਂ ਦੱਸਦਾ। k ਸਾਡੇ ਕੋਲ ਕੀ ਹੈ, ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ, ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ। k ਦੀ ਵੈਲਿਊ ਆਪਣੇ ਕੋਲ ਕੀ ਐਕਸਪੈਰੀਮੈਂਟਲੀ ਕੈਲਕੂਲੇਟ ਕੀਤੀ ਜਾਂਦੀ ਹੈ, ਤੇ k ਦੀ ਵੈਲਿਊ ਆਪਣੇ ਕੋਲ ਕਿੰਨੀ ਆਊਗੀ ਇੱਥੇ 6 ਪਾਈ। ਸੋ ਰਿਲੇਸ਼ਨ ਕੀ ਬਣ ਗਿਆ, 6 ਪਾਈ ਈਟਾ ਆਰ ਵੀ। ਦਿਸ ਇਜ਼ ਦੀ ਸਟੋਕਸ ਲਾ, ਦਿਸ ਇਜ਼ ਦੀ ਸਟੋਕਸ ਲਾ। ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ? ਠੀਕ ਹੈ ਜੀ। ਇਸ ਤਰ੍ਹਾਂ ਦੇ ਜਿਹੜੇ ਡਾਇਮੈਂਸ਼ਨ ਐਨਾਲਿਸਿਸ ਨੂੰ ਯੂਜ਼ ਕਰਕੇ ਜਿਹੜੀਆਂ ਅਸੀਂ ਇਕੁਏਸ਼ਨ ਯੂਜ਼ ਕਰਨੀ ਹੈ, ਨਵੇਂ ਰਿਲੇਸ਼ਨ ਡਰਾਈਵ ਕਰਨੇ ਆ, ਉਹ ਇਸੇ ਤਰ੍ਹਾਂ ਨਾਲ ਹੀ ਡਰਾਈਵ ਆਪਣੇ ਕੋਲ ਹੋਣਗੇ। ਠੀਕ ਹੈ ਜੀ। ਹੋਰ ਵੀ ਆਪਾਂ ਇਸ ਤਰ੍ਹਾਂ ਦੇ ਨਿਊਮੈਰੀਕਲ ਕਰ ਸਕਦੇ ਹਾਂ। ਗਰੁੱਪ ਦੇ ਵਿੱਚ ਜਿਹੜੇ ਇਹਦੇ ਨਾਲ ਰਿਲੇਟਡ ਨਿਊਮੈਰੀਕਲ ਹੈ ਸੋਲਵ ਕਰਨ ਵਾਸਤੇ ਮੈਂ ਤੁਹਾਨੂੰ ਦੇ ਦੂੰਗਾ। ਠੀਕ ਹੈ ਜੀ। ਸੋ ਆਪਾਂ ਮੋਟੀਆਂ ਜੇ ਵੇਖੀਏ, ਲਿਮਿਟੇਸ਼ਨਸ ਆਪਣੇ ਕੋਲ ਕੀ ਹੈਗੀਆਂ, ਲਿਮਿਟੇਸ਼ਨਸ ਆਫ ਡਾਇਮੈਂਸ਼ਨਲ ਐਨਾਲਿਸਿਸ। ਡਾਇਮੈਂਸ਼ਨਲ ਐਨਾਲਿਸਿਸ ਜਿਹੜਾ ਅਸੀਂ ਕੀਤਾ, 3 ਐਪਲੀਕੇਸ਼ਨ ਕੀਤੀਆਂ, ਇਹਨਾਂ ਦੀ ਲਿਮਿਟੇਸ਼ਨ ਕੀ ਹੈ। ਪਹਿਲੀ ਲਿਮਿਟੇਸ਼ਨ ਕੀ ਹੈ, ਆਪਾਂ ਹੁਣੇ ਵੇਖਿਆ, ਇਟ ਡਜ਼ ਨਾਟ ਗਿਵ ਅਸ ਵੈਲਿਊ ਆਫ ਕਾਂਸਟੈਂਟ k, ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ k ਦੀ ਵੈਲਿਊ ਹੈ ਜਿਹੜੀ ਸਾਡੇ ਕੋਲੇ ਨਹੀਂ ਦੱਸਦਾ। ਠੀਕ ਹੈ ਜੀ। ਸੈਕਿੰਡ ਦੇਖੋ, we cannot derive composite relations, we cannot derive composite relations, composite relations ਕਹਿਣ ਦਾ ਮਤਲਬ ਜਿਨ੍ਹਾਂ ਦੇ ਵਿੱਚ ਪਲੱਸ ਮਾਈਨਸ ਦਾ ਫਾਰਮੂਲਾ ਹੋਵੇ, ਜਿਵੇਂ s = ut + ½ at²। ਇਸ ਤਰ੍ਹਾਂ ਦੇ ਜਿਹੜੇ ਰਿਲੇਸ਼ਨ ਹੈ ਉਹ ਅਸੀਂ ਨਿਊ ਰਿਲੇਸ਼ਨ ਵਾਲੀ ਫਾਰਮ ਚੋਂ ਡਰਾਈਵ ਨਹੀਂ ਕਰ ਸਕਦੇ। ਇਹਦੀ ਲਿਮਿਟੇਸ਼ਨ ਹੈ, ਕਿਉਂਕਿ ਇਹ ਇੰਨੇ ਤੇ ਹੀ ਅਪਲਾਈ ਹੋ ਜੂਗਾ, ਕਿਉਂਕਿ ਇਹਦੀਆਂ ਡਾਇਮੈਂਸ਼ਨ ਵੀ ਡਿਸਟੈਂਸ ਵਾਲੀਆਂ ਹੋਣਗੀਆਂ। ਕੰਪੋਜ਼ਿਟ ਰਿਲੇਸ਼ਨ, ਠੀਕ ਹੈ ਜੀ, ਪਲੱਸ ਦੀ ਫਾਰਮ 'ਚ ਜਾਂ ਮਾਈਨਸ ਦੀ ਫਾਰਮ 'ਚ ਜਿਹੜੇ ਹੁੰਦੇ ਆ ਉਹ ਅਸੀਂ ਡਰਾਈਵ ਨਹੀਂ ਕਰ ਸਕਦੇ। ਠੀਕ ਹੈ ਜੀ। ਥਰਡ ਕੀ ਹੈ, if a physical quantity depends upon more than 3 physical quantities, more than 3 physical quantities, ਜਿਵੇਂ ਆਪਾਂ ਕਰਦੇ ਸੀ m l ਤੇ t। ਠੀਕ ਹੈ ਜੀ। m l ਤੇ t ਤੋਂ ਬਿਨਾਂ ਵੀ ਜੇਕਰ ਚੌਥੀ ਕੋਈ ਟਰਮ ਦੇ ਉੱਪਰ ਇਹ ਡਿਪੈਂਡ ਕਰਦਾ, a b ਤੇ c ਜਿਹੜੀਆਂ ਅਸੀਂ ਪਾਵਰ ਲਿਖਦੇ ਸੀ, ਤਾਂ ਨਿਊ ਰਿਲੇਸ਼ਨ ਹੈ ਜਿਹੜਾ ਅਸੀਂ ਨਹੀਂ ਡਰਾਈਵ ਕਰ ਸਕਦੇ। ਨਿਊ ਰਿਲੇਸ਼ਨ ਕੈਨੋਟ ਬੀ ਡਰਾਈਵਡ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕਹਿਣ ਦਾ ਮਤਲਬ ਇਹ ਹੈ ਵੀ ਕੋਈ ਵੀ ਫਿਜ਼ੀਕਲ ਕੁਆਂਟੀਟੀ ਹੈ, ਜੇਕਰ ਉਹ ਆਪਣੇ ਕੋਲੇ ਕੀ ਹੈ, ਮੋਰ ਦੈਨ 3 ਫਿਜ਼ੀਕਲ ਕੁਆਂਟੀਟੀਜ਼ ਦੇ ਉੱਪਰ ਡਿਪੈਂਡ ਕਰਦੀ ਹੈ, ਤਾਂ ਅਸੀਂ ਇਹਨੂੰ ਯੂਜ਼ ਕਰਕੇ ਜਿਹੜਾ ਨਵਾਂ ਰਿਲੇਸ਼ਨ ਹੈ ਜਿਹੜਾ ਉਹ ਨਹੀਂ ਕੈਲਕੂਲੇਟ ਕਰ ਸਕਦੇ। ਕਲੀਅਰ ਹੈ ਜੀ? ਇਹ ਪੁਆਇੰਟ ਕਲੀਅਰ ਹੋ ਗਿਆ ਜੀ? ਨਹੀਂ? ਠੀਕ ਹੈ ਜੀ। ਜੇਕਰ ਆਪਣੇ ਕੋਲੇ ਨੈਕਸਟ ਆਪਣੇ ਕੋਲ ਕੀ ਹੈ ਵੀ ਜੇਕਰ ਫਿਜ਼ੀਕਲ ਕੁਆਂਟੀਟੀ ਜਿਹੜੀ ਹੈਗੀ ਹੈ, ਫੋਰਥ ਦੇਖੋ, ਜੇਕਰ ਇੱਕ ਜਾਂ ਇੱਕ ਤੋਂ ਜ਼ਿਆਦਾ ਫਿਜ਼ੀਕਲ ਕੁਆਂਟੀਟੀਜ਼ ਹੈ ਜਿਨ੍ਹਾਂ ਦਾ ਡਾਇਮੈਂਸ਼ਨਲ ਫਾਰਮੂਲਾ ਸੇਮ ਹੈ, ਤਾਂ ਉੱਥੇ ਸਾਡੇ ਕੋਲ ਕੀ ਹੈ, ਰੋਂਗ ਆਨਸਰ ਦਿੰਦਾ। ਇਫ ਸਮ ਫਿਜ਼ੀਕਲ ਕੁਆਂਟੀਟੀਜ਼ ਹੈਵ same dimensional formula, then we cannot derive new relations। ठीक है जी। नवे रिलेशन है ਜਿਹੜੇ ਉਹ ਡਰਾਈਵ ਨਹੀਂ ਕੀਤੇ ਜਾ ਸਕਦੇ ਜੇਕਰ ਇਹ ਆਪਣੇ ਕੋਲ ਕੀ ਹੈ, ਕੋਈ ਦੋ ਫਿਜ਼ੀਕਲ ਕੁਆਂਟੀਟੀਜ਼ ਹੈ, ਉਹਨਾਂ ਦਾ ਜਿਹੜਾ ਡਾਇਮੈਂਸ਼ਨਲ ਫਾਰਮੂਲਾ ਕੀ ਹੈਗਾ, ਸੇਮ ਹੈ। ਠੀਕ ਹੈ ਜੀ। ਜਿਵੇਂ ਡਿਫਰੈਂਟ ਫਾਰਮ ਆਫ ਦੀ એનર્ਜੀਜ਼ ਹੀ ਹੋਣ, ਉਹਨਾਂ ਦਾ ਆਪਸ ਕੋਈ ਰਿਲੇਸ਼ਨ ਜੇ ਕੈਲਕੂਲੇਟ ਕਰਨਾ ਤਾਂ ਅਸੀਂ ਨਹੀਂ ਕੈਲਕੂਲੇਟ ਕਰ ਸਕਦੇ।
ਜਾਂ ਕੋਈ ਫਿਜ਼ੀਕਲ ਕੁਆਂਟੀਟੀ ਹੈ ਜੇਕਰ ਉਹ ਡਾਈਮੈਂਸ਼ਨਲੈਸ ਹੈ ਤਾਂ ਉਹਦਾ ਫਾਰਮੂਲਾ ਅਸੀਂ ਨਹੀਂ ਕੈਲਕੂਲੇਟ ਕਰ ਸਕਦੇ। ਠੀਕ ਹੈ ਜੀ, ਇਹ ਮੋਟੀਆਂ ਜਿਹੜੀਆਂ ਆਪਣੇ ਕੋਲ ਕੀ ਹੈ ਆਪਾਂ ਡਿਸਕਸ ਕੀਤਾ। ਸੋ ਦੁਬਾਰਾ ਆਪਾਂ ਲਾਸਟ ਦੇ ਉੱਤੇ ਰਿਵਾਈਜ਼ ਕਰ ਦਿੰਦੇ ਹਾਂ ਵੀ ਜਿਹੜਾ ਅਸੀਂ ਅੱਜ ਟੌਪਿਕ ਕੀਤਾ ਡਾਈਮੈਂਸ਼ਨਲ ਐਨਾਲਿਸਿਸ ਦਾ, ਉਹਦੇ ਵਿੱਚ ਅਸੀਂ ਕੀ ਕੀਤਾ, ਨਿਊ ਰਿਲੇਸ਼ਨ ਹੈ ਜਿਹੜਾ ਡਰਾਈਵ ਕਰਨਾ ਹੁੰਦਾ ਸੀ। ਕੋਈ ਵੀ ਜਿਹੜੀ ਫਿਜ਼ੀਕਲ ਕੁਆਂਟੀਟੀ ਹੈ, ਠੀਕ ਹੈ ਜੀ, ਉਹ ਆਪਣੇ ਕੋਲ ਕੀ ਸੀ, ਕੋਈ ਫਿਜ਼ੀਕਲ ਕੁਆਂਟੀਟੀਜ਼ ਜਿਹੜੀ ਹੈਗੀ ਹੈ ਉਹ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਦੇ ਉੱਪਰ ਕੀ ਕਰਦੀ ਸੀ, ਡਿਪੈਂਡ ਕਰਦੀ ਸੀ। ਅਸੀਂ ਜਨਰਲ ਫਾਰਮੂਲਾ ਲਿਖ ਲੈਂਦੇ ਸੀ, ਫਿਰ ਉਹਨੂੰ ML ਤੇ T ਦੀ ਫਾਰਮ 'ਚ ਕਨਵਰਟ ਕਰ ਲੈਂਦੇ ਸੀ, ਫਿਰ ਉਸ ਫਿਜ਼ੀਕਲ ਕੁਆਂਟੀਟੀ ਦਾ ਡਾਈਮੈਂਸ਼ਨਲ ਫਾਰਮੂਲਾ ਪੁੱਟ ਕਰ ਦਿੰਦੇ ਸੀ। ਡਾਈਮੈਂਸ਼ਨਲ ਫਾਰਮੂਲਾ ਪੁੱਟ ਕਰਨ ਤੋਂ ਬਾਅਦ ਕੀ ਹੈ, ਦੋਵੇਂ ਸਾਈਡ ਤੇ ਕੀ ਕਰ ਦਿੰਦੇ ਸੀ, ਅਸੀਂ ਉਹਨੂੰ ਕੰਪੇਅਰ ਕਰ ਦਿੰਦੇ ਸੀ, ਜਿੱਥੋਂ ਕੀ ਕੈਲਕੂਲੇਟ ਕਰਦੇ ਸੀ A, B ਐਂਡ C। ਠੀਕ ਹੈ ਜੀ, ਫਿਰ ਉਹ ਵੈਲਿਊ ਨੂੰ ਇੱਥੇ ਪੁੱਟ ਕਰ ਦਿੰਦੇ ਸੀ ਤੇ ਜਿਹੜਾ ਸਾਡੇ ਕੋਲ ਰਿਲੇਸ਼ਨ ਹੈ ਜਿਹੜਾ ਉਹ ਡਰਾਈਵ ਹੋ ਜਾਂਦਾ ਸੀ। ਠੀਕ ਹੈ ਜੀ, ਇਹਦੀਆਂ ਲਿਮਿਟੇਸ਼ਨ ਦੇ ਵਿੱਚ ਆਪਾਂ ਕੀਤਾ ਸੀ ਵੀ K ਦੀ ਵੈਲਿਊ ਨਹੀਂ ਦੱਸਦਾ, ਜੇ ਮੋਰ ਦੈਨ 3 ਫਿਜ਼ੀਕਲ ਕੁਆਂਟੀਟੀ ML ਤੇ T ਤੋਂ ਬਿਨਾਂ ਡਿਪੈਂਡ ਕਰਦਾ ਹੈ ਕੋਈ ਫਿਜ਼ੀਕਲ ਕੁਆਂਟੀਟੀ ਤੋਂ ਉਹਦਾ ਰਿਲੇਸ਼ਨ ਹੈ ਜਿਹੜਾ ਉਹ ਡਰਾਈਵ ਨਹੀਂ ਕੀਤਾ ਜਾ ਸਕਦਾ। ਕੰਪੋਜ਼ਿਟ ਰਿਲੇਸ਼ਨਸ ਹੈ ਜਿਹੜੇ ਉਹ ਡਰਾਈਵ ਨਹੀਂ ਕੀਤੇ ਜਾ ਸਕਦੇ ਬਾਈ ਯੂਜ਼ਿੰਗ ਦਿਸ ਇਕੁਏਸ਼ਨ। ਠੀਕ ਹੈ ਜੀ, ਦੋ ਫਿਜ਼ੀਕਲ ਕੁਆਂਟੀਟੀਜ਼ ਹੈ ਉਹਨਾਂ ਦਾ ਡਾਈਮੈਂਸ਼ਨਲ ਫਾਰਮੂਲਾ ਸੇਮ ਹੈਗਾ ਤਾਂ ਉਹ ਅਸੀਂ ਨਹੀਂ ਡਰਾਈਵ ਕਰ ਸਕਦੇ, ਜਾਂ ਕੋਈ ਕਾਂਸਟੈਂਟ ਟਰਮ ਜਿਵੇਂ ਸਾਈਨ ਟ੍ਰਿਗਨੋਮੈਟ੍ਰਿਕ ਕੁਆਂਟੀਟੀਜ਼ ਹੈ ਜਾਂ E ਦੀ ਫਾਰਮ 'ਚ ਜਿਹੜੀਆਂ ਕੁਆਂਟੀਟੀਜ਼ ਉਹਨਾਂ 'ਤੇ ਡਿਪੈਂਡ ਕਰਦੀ ਹੈ ਤਾਂ ਫਾਰਮੂਲੇ ਅਸੀਂ ਡਰਾਈਵ ਨਹੀਂ ਕਰ ਸਕਦੇ। ਠੀਕ ਹੈ ਜੀ, ਇੱਥੇ ਜਿਹੜਾ ਸਾਡਾ ਡਾਈਮੈਂਸ਼ਨਲ ਐਨਾਲਿਸਿਸ ਵਾਲਾ ਟੌਪਿਕ ਹੈ ਜਿਹੜਾ ਉਹ ਸਾਡਾ ਕੰਪਲੀਟ ਹੋ ਗਿਆ, ਚੈਪਟਰ ਆਪਣਾ ਕੰਪਲੀਟ ਹੋ ਗਿਆ। ਨੈਕਸਟ ਟਾਈਮ ਜਿਹੜਾ ਅਸੀਂ ਸਿਗਨੀਫੀਕੈਂਟ ਫਿਗਰਸ ਤੇ ਐਰਰ ਇਹਨਾਂ ਬਾਰੇ ਜਿਹੜਾ ਅਸੀਂ ਡਿਸਕਸ ਕਰਾਂਗੇ। ਠੀਕ ਹੈ ਜੀ, ਥੈਂਕਸ ਐਂਡ ਹੈਵ ਏ ਨਾਈਸ ਡੇ।